ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਦੁਨੀਆ ਦੇ ਵਿੱਚ ਆ ਕੇ ਕੋਈ ਕਿਸੇ ਨੂੰ ਇਹ ਸਮਝ ਆਉਂਦੀ ਆ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਕਿ ਉਹਦਾ ਅਸਲ ਮਿੱਤਰ ਕੌਣ, ਉਹਦਾ ਸੱਚਾ ਸਾਥੀ ਜੀਵਨ ਦੇ ਵਿੱਚ ਕੌਣ। ਕੋਈ ਜਾਣੈ, ਕੋਈ ਇਸ ਗੱਲ ਨੂੰ ਜਾਣਦਾ, ਸਮਝਦਾ, ਮਹਿਸੂਸ ਕਰਦਾ, ਕਵਣ ਇਹਾਂ ਜਗ ਮੀਤ, ਕੌਣ ਆ ਜਿਹੜਾ ਇਹ ਜਗ ਦੇ ਵਿੱਚ ਉਹਦਾ ਅਸਲ ਸਾਥੀ ਆ, ਅਸਲ ਮਿੱਤਰ ਆ। ਕਿਸੇ ਨੂੰ ਗੱਲ ਸਮਝ ਆਉਂਦੀ ਆ। ਉਹ ਕਿਹਨੂੰ ਆਉਂਦੀ ਆ? ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਕੀ ਨਿਰਮਲ ਰੀਤ। ਜਿਸ ਨੂੰ ਇਹ ਗੱਲ ਸਮਝ ਲੱਗ ਜਾਂਦੀ ਆ, ਜਿਸ ਨੂੰ ਇਹ ਗੱਲ ਜਣਾ ਦਿੰਦਾ ਹੈ, ਉਹ ਫਿਰ ਪਿਆਰੇ ਦਾ ਪਿਆਰਾ ਬਣ ਜਾਂਦਾ। ਉਹਦੀ ਜ਼ਿੰਦਗੀ ਨੂੰ ਜਿਉਣ ਦਾ ਢੰਗ, ਜ਼ਿੰਦਗੀ ਨੂੰ ਜਿਉਣ ਦਾ ਅੰਦਾਜ਼ ਉਜਲਾ ਹੋ ਜਾਂਦਾ ਤੇ ਨਿਰਮਲ ਹੋ ਜਾਂਦਾ। ਕਿਉਂਕਿ ਸਾਨੂੰ ਇਹੋ ਜਿਹੇ ਰਿਸ਼ਤੇ ਮਿਲਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਮਾਤਾ ਦਾ ਰਿਸ਼ਤਾ, ਪਿਤਾ ਦਾ ਰਿਸ਼ਤਾ, ਬਨਤਾ ਇਸਤਰੀ ਦਾ ਰਿਸ਼ਤਾ, ਪਤਨੀ ਦੇ ਰੂਪ ਦੇ ਵਿੱਚ ਸੁੱਤ, ਪੁੱਤਰ ਦਾ ਸਾਕ ਸੰਬੰਧ, ਬੰਧਪ ਰਿਸ਼ਤੇਦਾਰ, ਇਸ਼ਟ ਮੀਤ, ਪਿਆਰੇ ਮਿੱਤਰ ਅਰ ਭਾਈ ਅਤੇ ਭਰਾ। ਇੰਨੇ ਸਾਰੇ ਸਾਕ ਸੰਬੰਧੀ ਸਾਡੇ ਨਾਲ ਜੁੜਦੇ ਨੇ। ਕਈ ਵਾਰੀ ਅਸਲ ਮਿੱਤਰ ਹੋਣ ਦਾ ਭੁਲੇਖਾ ਪੈ ਜਾਂਦਾ ਕਿ ਇਹ ਸਾਡੇ ਅਸਲ ਮਿੱਤਰ ਨੇ, ਪਰ ਇਹ ਤਾਂ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਵੀ ਪਿਛਲੇ ਜਨਮਾਂ ਦੇ ਕਰਮ ਕਰਕੇ, ਪਿਛਲੇ ਕਰਮਾਂ ਕਰਕੇ ਹੀ ਸਾਨੂੰ ਇੱਥੇ ਆ ਕੇ ਮਿਲ ਗਏ ਨੇ। ਇਹਨਾਂ ਦਾ ਵੀ ਵਿਯੋਗ ਜਿਹੜਾ ਸੀ ਉਹ ਇਸੇ ਜਨਮ 'ਚ ਸੰਜੋਗ ਦੇ ਰੂਪ 'ਚ ਹੋ ਗਿਆ, ਪਰ ਇਹ ਵੀ ਅੰਤੇ ਕੋ ਨਾ ਸਹਾਈ। ਸਹਾਈ ਇਹ ਵੀ ਨਹੀਂ ਹੋ ਸਕਦੇ, ਨਿਭ ਇਹ ਵੀ ਨਹੀਂ ਸਕਦੇ ਨਾਲ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਨੇ, ਕਹਿੰਦੇ ਕਿਸੇ ਪ੍ਰਾਣੀ ਦੇ ਮਰਨ ਤੇ ਪੁੱਤ, ਭਾਈ, ਭਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਪੁੱਤਰ ਵੀ ਰੋਂਦੇ ਨੇ, ਧੀਆਂ ਵੀ ਰੋਂਦੀਆਂ। ਕਿਸੇ ਸਰੀਰ ਦੇ ਵਿਛੜਨ ਤੇ, ਕਿਸੇ ਜਿੰਦ ਦੇ ਜਾਣ ਤੇ ਇਸ ਦੁਨੀਆ ਤੋਂ ਪੁੱਤ ਵੀ ਰੋਂਦੇ ਨੇ, ਭਾਈ ਵੀ ਰੋਂਦੇ ਨੇ, ਭਤੀਜੇ ਵੀ ਰੋਂਦੇ ਨੇ, ਪ੍ਰੀਤਮ ਪਿਆਰੇ ਵੀ ਰੋਂਦੇ ਨੇ। ਪਰ ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨ ਮੋਇਆ ਨਾਲੇ। ਪਰ ਮਰਦਿਆਂ ਦੇ ਨਾਲ ਕੋਈ ਮਰਦਾ ਨਹੀਂ। ਨਾਨਕ ਜੁਗ ਜੁਗ ਜਾਣ ਸੇ ਜਾਣਾ, ਰੋਵੇ ਸੱਚ ਸੰਭਾਲੇ। ਇਹ ਦੁਨੀਆ ਤੇ ਬੰਦਾ ਆਉਂਦਾ ਹੈ ਜਾਂਦਾ, ਉਹਦੇ ਮੋਹ ਦੇ ਸੰਬੰਧੀ ਰੋਂਦੇ ਨੇ, ਪਰ ਮਰਿਆਂ ਦੇ ਨਾਲ ਕੋਈ ਨਹੀਂ ਮਰਦਾ। ਇਸ ਕਰਕੇ ਕਹਿਣਾ ਪਵੇਗਾ, ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਹੇ ਇਨਸਾਨ, ਤੁਸੀਂ ਰੋਣ ਲਈ ਆਏ ਹੋ, ਰੋਂਦੇ ਹੋ, ਪਰ ਤੁਹਾਡਾ ਰੋਣਾ ਇੱਕ ਝੂਠ ਹੈ। ਤੁਹਾਡੇ ਰੋਣ ਪਿੱਛੇ ਅਸਲ ਮਕਸਦ ਉਸ ਇਨਸਾਨ ਦੇ ਸੁੱਖਾਂ ਦਾ ਹੈ, ਹੋਰ ਕੁਝ ਵੀ ਨਹੀਂ, ਹੋਰ ਕੱਖ ਵੀ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਅਸਲ ਮਿੱਤਰ ਦੀ ਪਛਾਣ ਕਰਨ ਲਈ ਕਹਿ ਰਹੇ ਨੇ ਕਿ ਕੌਣ ਆ, ਇਸੇ ਹੁਕਮ ਦੇ ਵਿੱਚ ਦੱਸਿਆ। ਆਓ ਇਹਦੇ ਵਿਸਥਾਰ ਦੇ ਨਾਲ ਵਿਚਾਰ ਕਰਦੇ ਹਾਂ।
ਜੈਤ ਸਰੀ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸਰੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾ। ਪੰਜਵੇਂ ਗੁਰੂ ਦੀ ਬਾਣੀ ਆ। ਘਰ ਤੀਜਾ। ਤੀਜੇ ਘਰ ਵਿੱਚ ਗਾਉਣੀ ਹੈ। ਤੀਜੇ ਘਰ ਵਿੱਚ ਗਾਇਨ ਕਰਨਾ ਇਹ ਸ਼ਬਦ ਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਦੁਨੀਆ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਢਾਉਣ ਵਾਲਾ। ਓੰਕਾਰ। ਓੰਕਾਰ ਉਹਦਾ ਇੱਕ ਬੋਲ ਆ, ਜਿੱਤੋਂ ਆ ਸਾਰੀ ਦੁਨੀਆ ਬਣੀਆਂ, ਜ਼ਿੰਦਗੀਆਂ ਦੇ ਦਰਿਆ ਚੱਲ ਰਹੇ ਨੇ, ਹੋ ਰਿਹਾ ਜੀ ਤੋਂ ਸਭ ਕੁਝ। ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹ ਮਿਲਦਾ। ਗੁਰੂ ਤੋਂ ਬਿਨਾਂ ਪਰਮਾਤਮਾ ਦੇ ਗਿਆਨ ਦੀ ਸਮਝ ਹੀ ਨਹੀਂ ਪੈ ਸਕਦੀ। ਗੁਰੂ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ 'ਚ ਹਨੇਰਾ ਹੀ ਹਨੇਰਾ, ਕਦੇ ਵੀ ਚਾਨਣ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਈ ਜਾਣੈ ਕਵਣ ਇਹਾਂ ਜਗ ਮੀਤ। ਕੋਈ ਕੋਈ ਆ ਜਿਹੜਾ ਵਿਰਲਾ ਇਸ ਗੱਲ ਨੂੰ ਬੁੱਝਦਾ, ਸਮਝਦਾ, ਪਛਾਣਦਾ ਕਿ ਇਸ ਦੁਨੀਆ ਵਿੱਚ ਉਹਦਾ ਅਸਲ ਮਿੱਤਰ ਕੌਣ। ਇਸ ਦੁਨੀਆ ਤੇ ਹਰ ਕੋਈ ਬੰਦਾ ਮੇਲਾ ਵੇਖਣ ਆਇਆ। ਤੂੰ ਜੀ ਨਾ ਲਾ ਲਈ ਦੋ ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ, ਜਿਨ੍ਹਾਂ ਨਾਨਕ ਨਾਮ ਤੇ ਆਇਆ। ਅਸਲ ਮਿੱਤਰ। ਅਸਲ ਮਿੱਤਰ ਕਿਹੜੇ ਨੇ? ਦੁਨੀਆ ਆ ਰਹੀ ਆ, ਜਾ ਰਹੀ ਆ, ਇਹਦੇ ਵਿੱਚ ਕੋਈ ਅਸਲ ਮਿੱਤਰ ਵੀ ਹੋਵੇਗਾ? ਕੋਈ ਜਾਣੇ। ਕੋਈ ਕੋਈ ਆ ਜਿਹੜਾ ਇਸ ਗੱਲ ਨੂੰ ਜਾਣਦਾ। ਕਵਨ ਇਹਾਂ ਜਗ ਮੀਤ। ਇਸ ਦੁਨੀਆ ਦੇ ਵਿੱਚ ਅਸਲ ਸਾਥੀ, ਸੱਚਾ ਮਿੱਤਰ ਕੌਣ? ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਕੀ ਨਿਰਮਲ ਰੀਤ। ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋ ਜਾਂਦੀ ਆ, ਕਿਰਪਾ ਹੋ ਜਾਂਦੀ ਆ, ਉਹ ਇਸ ਗੱਲ ਨੂੰ ਬੁੱਝਦਾ ਵੀ ਆ, ਸਮਝਦਾ ਵੀ ਆ, ਪਛਾਣਦਾ ਵੀ ਆ, ਤੇ ਉਹਦੀ ਰੀਤੀ, ਉਹਦੇ ਜਿਉਣ ਦਾ ਢੰਗ ਨਿਰਮਲ ਹੋ ਜਾਂਦਾ, ਉਜਲਾ ਹੋ ਜਾਂਦਾ। ਸੱਚੇ ਮਿੱਤਰ ਦੀ ਪਛਾਣ ਆਉਂਦਿਆਂ ਹੀ, ਸੱਚੇ ਮਿੱਤਰ ਦੀ ਸਮਝ ਆਉਂਦਿਆਂ ਹੀ ਉਹ ਉਹਦੇ ਨਾਲ ਜੁੜਨ ਦਾ ਯਤਨ ਕਰਦਾ। ਕਿਉਂਕਿ ਜਦੋਂ ਬੰਦੇ ਦੇ ਹੱਥ ਹੀਰਾ ਲੱਗੇਗਾ, ਉਹਨੂੰ ਇਹ ਨਹੀਂ ਕਹਿਣਾ ਪਵੇਗਾ, ਜਦੋਂ ਉਹਨੂੰ ਹੀਰੇ ਦੀ ਸਮਝ ਆ ਜਾਵੇਗੀ ਕਿ ਤੇਰੇ ਹੱਥ ਵਿੱਚ ਫੜੀਆਂ ਹੋਈਆਂ ਕੌਡੀਆਂ ਨੂੰ ਤੂੰ ਛੱਡ ਦੇ। ਜਿੰਨਾ ਸਮਾਂ ਉਹਨੂੰ ਹੀਰੇ ਦੀ ਸਮਝ ਨਹੀਂ, ਉਤਨਾ ਸਮਾਂ ਬੰਦਾ ਕੌਡੀਆਂ ਨੂੰ ਹੱਥਾਂ ਵਿੱਚ ਘੁੱਟ ਕੇ ਜ਼ੋਰ ਦੇ ਨਾਲ ਗਲਵੱਕੜੀ 'ਚ ਵੀ ਲੈ ਕੇ ਛਾਤੀ ਨਾਲ ਲਾ ਲੇਗਾ। ਪਰ ਜਦੋਂ ਉਹਨੂੰ ਸਮਝ ਆ ਜਾਏਗੀ, ਚੀਜ਼ ਛੱਡਣੀ ਨਹੀਂ ਪਵੇਗੀ, ਆਪੇ ਹੀ ਛੱਡੀ ਜਾਵੇਗੀ। ਨਾਮ ਦੀ ਕੀਮਤ ਦੀ ਸਮਝ ਪੈਂਦਿਆਂ, ਗੁਰੂ ਦੀ ਕਦਰ ਜਦੋਂ ਬੰਦੇ ਨੂੰ ਜਿਸ ਦਿਨ ਪਤਾ ਲੱਗਦੀ ਆ, ਨਾਮ ਦੀ ਕਦਰ ਜਿਸ ਦਿਨ ਪਤਾ ਲੱਗਦੀ ਆ, ਉਸ ਦਿਨ ਉਹਨੂੰ ਕਹਿਣਾ ਨਹੀਂ ਪੈਂਦਾ ਤੂੰ ਵਿਕਾਰਾਂ ਨੂੰ ਛੱਡ ਦੇ, ਆਪੇ ਹੀ ਛੱਡੇ ਜਾਂਦੇ ਨੇ। ਇਸ ਕਰਕੇ ਹੀਰੇ ਦੀ ਕੀਮਤ ਜਿਸ ਦਿਨ ਪਤਾ ਲੱਗੇ, ਉਸ ਦਿਨ ਕੌਡੀਆਂ ਆਪੇ ਹੀ ਹੱਥੋਂ ਛੁੱਟ ਜਾਂਦੀਆਂ ਨੇ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਜਿਸ ਦਿਨ ਅਸਲ ਮਿੱਤਰ ਦੀ ਸਮਝ ਆ ਜਾਵੇ, ਦੁਨੀਆ ਦੇ ਵੱਲੋਂ ਜਦੋਂ ਨੱਕ ਤੇ ਪਵੇ, ਸਮਝ ਆਵੇ ਅਸਲ ਮਿੱਤਰ ਕੌਣ, ਤਾਂ ਝੂਠੇ ਮਿੱਤਰਾਂ ਦੇ ਸਾਕ,
ਝੂਠੇ ਮਿੱਤਰਾਂ ਦੇ ਸੰਬੰਧ ਆਪੇ ਹੀ ਟੁੱਟ ਜਾਂਦੇ ਨੇ, ਤੋੜਨ ਦੀ ਲੋੜ ਨਹੀਂ ਪੈਂਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਸੁੰਦਰ ਹੁਕਮਨਾਮੇ ਵਿੱਚ ਕਹਿ ਰਹੇ ਨੇ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ ਰਹਾਉ। ਠਹਿਰਾਓ ਦੇ ਕੇ ਅੱਗੇ ਮਾਤ ਪਿਤਾ, ਮਾਤਾ ਪਿਤਾ, ਬਨਤਾ। ਬਨਤਾ ਕਹਿੰਦੇ ਨੇ ਇਸਤਰੀ ਨੂੰ, ਪਤਨੀ ਨੂੰ। ਸੁੱਤ, ਸੁੱਤ ਕਹਿੰਦੇ ਨੇ ਪੁੱਤਰ ਨੂੰ। ਬੰਧਪ, ਬੰਧਪ ਕਹਿੰਦੇ ਨੇ ਰਿਸ਼ਤੇਦਾਰ ਨੂੰ। ਮਾਤਾ ਪਿਤਾ, ਬਨਤਾ, ਇਸਤਰੀ, ਸੁੱਤ, ਪੁੱਤਰ, ਬੰਧਪ, ਰਿਸ਼ਤੇਦਾਰ। ਇਸ਼ਟ, ਮੀਤ। ਇਸ਼ਟ ਦੇ ਅਰਥ ਹੁੰਦੇ ਨੇ ਪਿਆਰਾ, ਮੀਤ ਦੇ ਅਰਥ ਨੇ ਮਿੱਤਰ ਅਰ ਭਾਈ, ਤੇ ਭਾਈ ਭਰਾ। ਇਹ ਸਾਰੇ ਜਿੰਨੇ ਸੰਬੰਧ ਗੁਰੂ ਅਰਜਨ ਦੇਵ ਜੀ ਮੈਂ ਕਹਿ ਰਿਹਾ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪਿਛਲੇ ਜਨਮਾਂ ਕਰਕੇ ਸਾਨੂੰ ਇੱਥੇ ਆ ਕੇ ਮਿਲੇ ਨੇ, ਸੰਜੋਗ ਹੋ ਗਿਆ, ਪਰ ਅੰਤੇ ਕੋ ਨਾ ਸਹਾਈ। ਇਹ ਅਸਲ ਮਿੱਤਰ ਨਹੀਂ ਹਨ, ਸਦਾ ਨਾਲ ਨਿਭਣ ਵਾਲੇ ਨਹੀਂ ਹਨ। ਪੁੱਤ ਭਾਈ ਭਤੀਜੇ ਰੋਵੇ, ਪ੍ਰੀਤਮ ਅਤ ਪਿਆਰੇ। ਭੈ ਰੋਵੇ ਗੁਣਸਾਰ ਸੰਭਾਲੇ, ਕੋ ਮਰੈ ਨ ਮੋਇਆ ਨਾਲੇ। ਇਨਸਾਨ ਨੂੰ ਲੱਗਦਾ ਕਿ ਉਹਨੂੰ ਰੋਂਦੇ ਨੇ ਉਹਦੇ ਜਾਣ ਤੋਂ ਬਾਅਦ, ਪਰ ਨਹੀਂ, ਉਹਦੇ ਸੁੱਖਾਂ ਨੂੰ ਰੋਂਦੇ ਨੇ, ਉਹਦੇ ਪਰਿਵਾਰ ਦੇ ਮੈਂਬਰ ਉਹਦੇ ਕੰਮਾਂ ਨੂੰ ਰੋਂਦੇ ਨੇ, ਆਪਦੇ ਸੁੱਖਾਂ ਨੂੰ ਕਿ ਸਾਡਾ ਇਹ ਕੰਮ ਕਰ ਦਿੰਦਾ ਸੀ, ਮੁਸੀਬਤ ਸਮੇਂ ਸਾਨੂੰ ਹੱਥਦਾਰ ਪੈਸੇ ਦੇ ਦਿੰਦਾ ਸੀ। ਬੰਦੇ ਨੂੰ ਕੋਈ ਨਹੀਂ ਰੋਂਦਾ, ਉਹਦੇ ਸੁੱਖਾਂ ਨੂੰ ਰੋਂਦੇ ਨੇ। ਜੇ ਇਨਸਾਨ ਨੂੰ ਕੋਈ ਰੋਂਦਾ ਹੋਵੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਮਰਿਆਂ ਦੇ ਨਾਲ ਮਰ ਜਾਣ, ਪਰ ਕੋ ਮਰੇ ਨਾ ਮੋਇਆ ਨਾਲੇ। ਕੋਈ ਮਰਿਆਂ ਦੇ ਨਾਲ ਨਹੀਂ ਮਰਦਾ, ਕੋਈ ਚਿਖਾ ਦੇ ਵਿੱਚ ਅੱਗ ਦੇ ਵਿੱਚ ਛਾਲ ਨਹੀਂ ਮਾਰਦਾ, ਕਬਰ ਦੇ ਵਿੱਚ ਇਹ ਨਹੀਂ ਕਹਿੰਦਾ ਕਿ ਮੈਂ ਨਾਲ ਹੀ ਇਹਦੇ ਲੇਟਾਂਗਾ। ਇਸ ਕਰਕੇ ਸੰਬੰਧ ਸਾਰੇ ਸੁੱਖਾਂ ਦੇ ਨੇ। ਪੂਰਬ ਜਨਮ ਕੋ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਵੀ ਵਿਚਾਰੇ ਮਾਤਾ ਪਿਤਾ, ਇਸਤਰੀ, ਪੁੱਤਰ, ਧੀਆਂ, ਮਿੱਤਰ, ਭਰਾ ਪਿਛਲੇ ਜਨਮਾਂ ਦੇ ਮਿਲੇ ਨੇ ਇੱਥੇ ਆ ਕੇ ਸਾਨੂੰ। ਪਿਛਲੇ ਜਨਮਾਂ ਦੇ ਕਰਕੇ ਕੁਝ ਰਹਿ ਗਿਆ ਹੋਵੇਗਾ ਅਧੂਰਾਪਣ, ਲੈਣ ਦੇਣ ਦਾ ਸੰਬੰਧ, ਤੇ ਹੁਣ ਸੰਜੋਗ ਹੋ ਗਿਆ, ਪਰ ਇਹ ਅਸਲ ਮਿੱਤਰ ਨਹੀਂ ਹਨ। ਇਹ ਕੁਝ ਲੈਣ ਆਏ ਨੇ, ਅਸੀਂ ਕੁਝ ਇਹਨਾਂ ਦਾ ਦੇਣ ਆਏ ਹਾਂ, ਜਾਂ ਅਸੀਂ ਕੁਝ ਲੈਣ ਆਏ ਹਾਂ, ਇਹ ਕੁਝ ਦੇਣ ਆਏ ਨੇ। ਅਸਲ ਮਿੱਤਰ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਇੱਕ ਪਿੰਡ ਦੇ ਵਿੱਚ ਪਹੁੰਚੇ ਨੇ, ਨਾਲ ਭਾਈ ਮਰਦਾਨਾ ਜੀ ਸਨ ਉਹਨਾਂ ਦੇ। ਇੱਕ ਕੋਈ ਬਜ਼ੁਰਗ ਸੀ, ਗੁਰੂ ਮਹਾਰਾਜ ਕਹਿਣ ਲੱਗੇ ਕਿ ਗੁਰਮੁਖ ਜੀ ਬਾਣੀ ਪੜ੍ਹਿਆ ਕਰੋ, ਹਰੀ ਦੀ ਸਿਫਤ ਕਰਿਆ ਕਰੋ, ਨਾਮ ਨਾਲ ਜੁੜਿਆ ਕਰੋ ਜੀ। ਕਹਿਣ ਲੱਗੇ ਮੈਨੂੰ ਬਿਲਕੁਲ ਵੀ ਵੇਲ ਨਹੀਂ ਪਰਿਵਾਰ ਦੇ ਕੰਮਾਂ ਤੋਂ, ਇਹਨਾਂ ਬਿਨਾਂ ਮੇਰਾ ਨਹੀਂ ਸਰੇਗਾ, ਇਹਨਾਂ ਨਾਲ ਮੇਰਾ ਬਹੁਤ ਪਿਆਰ ਹੈ, ਇਹ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਐਸੀ ਗੱਲ ਨਹੀਂ, ਜਿੱਥੇ ਜਿਹੜੇ ਕੰਮ ਤੁਹਾਡੇ ਦੋਸਤਾਂ ਨੇ ਕਰਨੇ ਨੇ, ਮਿੱਤਰਾਂ ਨੇ ਕਰਨੇ ਨੇ, ਧੀਆਂ ਨੇ ਕਰਨੇ ਨੇ, ਉਹ ਉਹਨਾਂ ਨੇ ਕਰਨੇ ਨੇ। ਜਿਹੜਾ ਕੰਮ ਨਾਮ ਨੇ ਕਰਨਾ ਉਹ ਨਾਮ ਨੇ ਹੀ ਕਰਨਾ, ਜਿੱਥੇ ਉਹਨੇ ਖੜਨਾ ਉੱਥੇ ਇਹ ਨਹੀਂ ਖੜ ਸਕਦੇ। ਇਸ ਕਰਕੇ ਉਹ ਵੀ ਜ਼ਰੂਰੀ ਹੈ। ਰਿਸ਼ਤਿਆਂ ਦੀ ਕਦਰ, ਨਾਮ ਦੀ ਕਦਰ ਦੋਨੋਂ ਹੀ ਜ਼ਰੂਰੀ ਹੈ। ਰਾਜੇ ਹੋਣਾ, ਜੋਗੀ ਹੋਣਾ ਦੋਨੋਂ ਹੀ ਜ਼ਰੂਰੀ ਆ। ਅੰਦਰੋਂ ਅਮੀਰ ਹੋਣਾ, ਬਾਹਰੋਂ ਅਮੀਰ ਹੋਣਾ ਦੋਨੋਂ ਹੀ ਅਤੀ ਜ਼ਰੂਰੀ ਹੈ। ਐਵੇਂ ਨਾ ਕਹੋ। ਤਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਟਾਲ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਸਮਝ ਨਹੀਂ ਰਿਹਾ, ਲੱਗਦਾ ਹੈ ਕਿ ਮੋਹ ਦੇ ਵਿੱਚ ਬੱਧਾ ਹੋਇਆ, ਮੋਹ ਦੇ ਵਿੱਚ ਬੰਨਿਆ ਹੋਇਆ, ਸੱਚ ਨਹੀਂ ਸਮਝ ਸਕਦਾ, ਅਸਲ ਮਿੱਤਰ ਦੀ ਸਮਝ ਨਹੀਂ।
ਆਖਿਆ ਫਿਰ ਤੂੰ ਇਉਂ ਕਰ, ਚੱਲ ਮਰਨ ਦਾ ਨਾਟਕ ਕਰ ਤੇ ਅਸੀਂ ਵੇਖਦੇ ਹਾਂ ਤੇਰੇ ਨਾਲ ਕੌਣ ਨਿਭਦਾ। ਸਾਹ ਰੋਕਣ ਦੀ ਪ੍ਰਕਿਰਿਆ ਸਿਖਾ ਦਿੱਤੀ ਗੁਰੂ ਨਾਨਕ ਜੀ ਨੇ। ਜ਼ਮੀਨ ਤੇ ਲੇਟ ਗਿਆ ਸਾਹ ਰੋਕ ਕੇ। ਪਰਿਵਾਰ ਦੇ ਮੈਂਬਰ ਆਏ, ਰੋਂਦੇ ਨੇ, ਕੁਰਲਾਉਂਦੇ ਨੇ, ਪੁੱਤ ਭਾਈ ਭਤੀਜੇ ਰੋਵੇ, ਸਾਰੇ ਆ ਕੇ ਰੋਂਦੇ ਨੇ, ਪੁੱਤਰ ਧੀਆਂ ਭਤੀਜੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਰੋਵੋ ਨਾ। ਕਹਿੰਦੇ ਕਿਉਂ ਨਾ ਰੋਈਏ, ਸਾਡੇ ਪਰਿਵਾਰ ਦਾ ਜੀ ਚਲਿਆ ਗਿਆ, ਸਾਡੇ ਪਰਿਵਾਰ ਦਾ ਮੈਂਬਰ ਚਲਿਆ ਗਿਆ। ਇਸ ਦੁਨੀਆ ਵਿੱਚ ਹਰ ਕੋਈ ਬੰਦਾ ਮੇਲਾ ਵੇਖਣ ਆਇਆ, ਤੂੰ ਜੀ ਨਾ ਲਾ ਲਈ 2 ਘੜੀਆਂ ਦਾ, ਮੇਲਾ ਵੇਖਣ ਆਇਆ। ਇਸ ਮੇਲੇ ਚੋਂ ਜਿਹੜਾ ਖੁੰਝਿਆ ਮੁੜ ਮੇਲੇ ਨਹੀਂ ਆਇਆ। ਇਕਬਾਲ ਉਹਨਾਂ ਨੂੰ ਸਜਦੇ ਕਰਦਾ ਜਿਨ੍ਹਾਂ ਨਾਨਕ ਨਾਮ ਤੇ ਆਇਆ। ਅਸਲ ਪਛਾਣ ਕਰਾਉਣੀ ਮਹਾਰਾਜ ਨੇ। ਕਹਿਣ ਲੱਗੇ ਮਰਦਾਨਿਆਂ ਦੇਖੀ ਹੁਣ ਇਹਨਾਂ ਦੇ ਰੰਗ ਕਿਵੇਂ ਬਾਹਰ ਆਉਂਦੇ ਨੇ। ਕਹਿਣ ਲੱਗੇ ਸਾਡੇ ਕੋਲ ਇੱਕ ਕਲਾ ਹੈ ਭਾਈ, ਪਰਿਵਾਰ ਦੇ ਮੈਂਬਰੋ ਰਿਸ਼ਤੇਦਾਰੋ, ਰੋਵੋ ਨਾ, ਰੋਵੋ ਨਾ। ਇਹਦੀ ਖਾਤਰ ਕੌਣ ਜਾਣ ਨੂੰ ਤਿਆਰ ਆ, ਇਹਨੂੰ ਅਸੀਂ ਜਿਉਂਦਾ ਕਰ ਸਕਦੇ ਹਾਂ, ਪਰ ਇੱਕ ਨੂੰ ਜਾਣਾ ਪਵੇਗਾ। ਇਸਤਰੀ ਹੋਵੇ ਪੁਰਸ਼ ਹੋਵੇ ਕੋਈ ਵੀ ਹੋਵੇ ਅੱਗੇ ਆਵੇ, ਹੁਣੇ ਅਸੀਂ ਇਹਨੂੰ ਜਿਉਂਦਾ ਕਰ ਦਾਂਗੇ, ਪਰ ਉਹਦੇ ਲਈ ਤੁਹਾਡੇ ਚੋਂ ਕਿਸੇ ਨੂੰ ਜਾਣਾ ਪਵੇਗਾ। ਤਾਂ ਸਾਰਿਆਂ ਨੂੰ ਆਪਣੇ ਆਪਣੇ ਕੰਮ ਚੇਤੇ ਆ ਗਏ। ਕਿਸੇ ਨੇ ਆਖਿਆ ਮੇਰੀ ਵਿੱਦਿਆ ਹਜੇ ਅਧੂਰੀ ਆ, ਕਿਸੇ ਨੇ ਆਖਿਆ ਇਹੀ ਠੀਕ ਆ, ਇਹਦਾ ਜਾਣਾ ਹੀ, ਇਹਦੇ ਕੰਮ ਮੈਂ ਕਰ ਸਕਦਾ, ਮੇਰੇ ਕੰਮ ਨਹੀਂ ਇਹ ਕਰ ਸਕਦਾ। ਤਾਂ ਫਿਰ ਮਹਾਰਾਜ ਨੇ ਆਖਿਆ ਤੂੰ ਹੁਣ ਅੱਖਾਂ ਖੋਲ੍ਹ ਕੇ ਦੇਖ ਲਾ ਗੁਰਮੁਖ, ਇਹ ਕਿੱਦਾਂ ਦਾ ਹਾਲ ਆ। ਮਾਤ ਪਿਤਾ ਬੰਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਮਾਤਾ ਪਿਤਾ, ਬੰਤਾ ਪਤਨੀ, ਸੁਤ ਕਹਿੰਦੇ ਪੁੱਤਰ ਨੂੰ, ਬੰਦਪ ਰਿਸ਼ਤੇਦਾਰ ਨੂੰ, ਇਸ਼ਟ ਮੀਤ ਪਿਆਰੇ ਸੱਜਣ ਤੇ ਭਾਈ ਭਰਾ, ਇਹਨਾਂ ਦੀ ਕਦਰ ਕਰ, ਪਰ ਨਾਮ ਦੀ ਜਗ੍ਹਾ ਨਹੀਂ ਲੈ ਸਕਦੇ। ਇਹਨਾਂ ਦੀ ਵੀ ਕਦਰ ਕਰ, ਇਹਨਾਂ ਨੂੰ ਵੀ ਪਿਆਰ ਕਰ, ਪਰ ਜਿੱਥੇ ਨਾਮ ਨੇ ਸਹਾਈ ਹੋਣਾ, ਅੰਤੇ ਕੋ ਨਾ ਸਹਾਈ, ਇਹ ਉੱਥੇ ਨਹੀਂ ਖੜ ਸਕਦੇ। ਗੁਰੂ ਮਹਾਰਾਜ ਨੇ ਆਖਿਆ ਹੁਣ ਤੂੰ ਦੇਖ ਲਿਆ, ਤੇਰੀ ਖਾਤਰ, ਜਿਨ੍ਹਾਂ ਦੀ ਖਾਤਰ ਤੂੰ ਕਹਿੰਦਾ ਸੀ ਇਹ ਮੇਰੇ ਨੇ ਮੇਰੇ ਨੇ ਮੇਰੇ ਨੇ, ਤੇਰੀ ਖਾਤਰ ਮਰਨ ਨੂੰ ਰਾਜੀ ਨਹੀਂ। ਪੁੱਤ ਭਾਈ ਭਤੀਜੇ ਰੋਵੇ, ਰੋਂਦੇ ਹੀ ਨੇ ਬਸ। ਉਹ ਵੀ ਤੇਰੇ ਕੰਮਾਂ ਨੂੰ ਰੋਂਦੇ ਨੇ, ਤੈਨੂੰ ਨਹੀਂ ਰੋਂਦੇ। ਬੰਦੇ ਨੂੰ ਕੋਈ ਵੀ ਇਨਸਾਨ ਕਦੇ ਨਹੀਂ ਰੋਂਦਾ, ਉਹਦੇ ਸੁੱਖਾਂ ਨੂੰ ਰੋਂਦੇ ਨੇ, ਉਹਦੀਆਂ ਕੀਤੇ ਹੋਏ ਕਾਰਜ ਜਿਹੜੇ ਹੁੰਦੇ ਨੇ, ਸੁੱਖਾਂ ਨੂੰ, ਆਰਾਮ ਨੂੰ, ਉਹਨੂੰ ਬੰਦਾ ਰੋਂਦਾ। ਮਹਾਰਾਜ ਦੀ ਬਾਣੀ ਕਹਿੰਦੀ ਆ ਜੇ ਬੰਦੇ ਨੂੰ ਬੰਦਾ ਰੋਂਦਾ ਹੋਵੇ ਨਾ, ਉਹਦੇ ਨਾਲ ਕਬਰ 'ਚ ਜਾ ਕੇ ਸੌਂ ਜੇ, ਉਹਦੇ ਨਾਲ ਚਿਖਾ ਦੇ ਵਿੱਚ ਛਾਲ ਮਾਰੇ। ਮੁਹੱਬਤ ਤਾਂ ਉਹਦੇ ਸੁੱਖਾਂ ਨਾਲ ਸੀ, ਸੰਬੰਧ ਸੁੱਖਾਂ ਦੇ ਹੁੰਦੇ ਨੇ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਅੱਖਾਂ ਖੋਲ੍ਹ ਦਿੱਤੀਆਂ ਮੇਰੀਆਂ ਦੁਨੀਆ ਦੇ ਮਾਲਕ ਜੀ, ਜਗਤ ਦੇ ਬਾਨੀ ਜੀ। ਹੁਣ ਮੈਨੂੰ ਸਮਝ ਆਈ ਆ ਜਿੱਥੇ ਨਾਮ ਸਹਾਈ ਆ ਉੱਥੇ ਮਾਂ ਪਿਓ ਵੀ ਸਹਾਈ ਨਹੀਂ, ਜਿੱਥੇ ਨਾਮ ਸਿਮਰਨ ਸਹਾਈ ਆ ਉੱਥੇ ਬੰਨਤਾ ਪਤਨੀ ਵੀ ਖੜ ਨਹੀਂ ਸਕਦੀ। ਜਿਹੜਾ ਕੰਮ ਉਹਨੇ ਕਰਨਾ ਉਹ ਉਹਨੇ ਕਰਨਾ, ਜਿਹੜੇ ਕੰਮ ਪਤਨੀ ਦੇ ਨੇ ਉਹ ਉਹਨੇ ਕਰਨੇ ਨੇ। ਕਹਿਣ ਦਾ ਭਾਵ ਇਹ ਆ ਕੋਈ ਜਾਣੈ ਕਵਨ ਇਹਾਂ ਜਗਮੀਤ, ਕੋਈ ਆ ਦੁਨੀਆ 'ਚ ਆ ਕੇ ਜਿਹਨੂੰ ਸਮਝ ਆਉਂਦੀ ਆ ਮੇਰਾ ਅਸਲ ਸਾਥੀ ਕੌਣ ਆ। ਮਾਤਾ ਪਿਤਾ, ਰਿਸ਼ਤੇਦਾਰ, ਬੰਦਪ ਸੱਜਣ ਪਿਆਰੇ, ਇਹ ਤਾਂ ਇਹਨਾਂ ਦੀ ਕਦਰ ਜ਼ਰੂਰੀ ਆ। ਮਹਾਰਾਜ ਤਾਂ ਕਹਿੰਦੇ ਆ ਲੜੋ ਨਾ, ਝਗੜੋ ਨਾ, ਪਿਆਰ ਦੇ ਨਾਲ ਰਹੋ, ਪਿਆਰ ਦੇ ਨਾਲ ਇੱਕ ਦੂਜੇ ਨਾਲ ਰਹੋ। ਪਰ ਇੱਕ ਅਸਲੀ ਚੀਜ਼ ਵੀ ਆ ਨਾ, ਅਸਲ ਚੀਜ਼ ਆ, ਜਿਸ ਦਿਨ ਤੁਹਾਨੂੰ ਉਹਦੀ ਸਮਝ ਲੱਗੇਗੀ ਉਸ ਦਿਨ ਹੀ ਤੁਸੀਂ ਆ ਦੂਜਿਆਂ ਰਿਸ਼ਤਿਆਂ ਦੀ, ਦੁਨਿਆਵੀ ਰਿਸ਼ਤਿਆਂ ਦੀ ਕਦਰ ਸਮਝੋਗੇ।
ਇਸ ਦਿਨ ਤੁਹਾਨੂੰ ਅਸਲ ਸਾਥੀ ਦਾ ਪਤਾ ਲੱਗੇਗਾ। ਬਹੁਤ ਸੋਹਣੀਆਂ ਪੰਕਤੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ। ਕਹਿੰਦੇ ਨੇ ਮੁਕਤ ਮਾਲ, ਮੁਕਤ ਮੋਤੀ, ਮਾਲ ਦੇ ਅਰਥ ਨੇ ਮਾਲਾ, ਮੋਤੀਆਂ ਦੀ ਮਾਲਾ ਹੋਵੇ ਬੰਦੇ ਕੋਲੇ, ਸੁੱਚੇ ਮੋਤੀ, ਮਹਿੰਗੇ ਮੋਤੀ। ਕਨਕ, ਕਨਕ ਕਹਿੰਦੇ ਨੇ ਸੋਨੇ ਨੂੰ, ਸੋਨਾ ਵੀ ਹੋਵੇ ਬੰਦੇ ਕੋਲੇ। ਲਾਲ ਹੀਰਾ, ਲਾਲ ਹੀਰਾ, ਲਾਲ ਹੋਵੇ ਬੜਾ ਮਹਿੰਗਾ, ਹੀਰੇ ਹੋਣ ਬੰਦੇ ਕੋਲੇ। ਮਨ ਰੰਜਨ ਕੀ ਮਾਇਆ, ਰੰਜਨ ਕਹਿੰਦੇ ਨੇ ਖੁਸ਼ ਕਰਨਾ, ਦਿਲ ਨੂੰ ਲੁਭਾਉਣ ਵਾਲੀ ਮਾਇਆ। ਪੈਸੇ ਹੋਣ ਬੰਦੇ ਕੋਲੇ, ਇੰਨਾ ਕੁਝ ਹੋਵੇ। ਸੁੱਚੇ ਮੋਤੀਆਂ ਦੀ ਮਾਲਾ, ਕਨਕ ਸੋਨਾ, ਲਾਲ ਹੀਰਾ, ਹੀਰਾ ਹੋਵੇ। ਮਨ ਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ। ਪੈਸੇ ਹੋਣ ਬੰਦੇ ਕੋਲੇ, ਹੋਰ ਕੀ ਚਾਹੀਦਾ ਹੈ। ਪਰ ਇਹਦੇ ਹੋਣ ਦੇ ਬਾਵਜੂਦ ਵੀ ਹਾਂ ਹਾਂ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨ ਪਾਇਆ। ਕਹਿੰਦੇ ਬੰਦਾ ਇਤਨਾ ਕੁਝ ਹੋਵੇ ਨਾ, ਇਤਨਾ ਵੀ ਹੋਵੇ ਬੰਦੇ ਕੋਲੇ, ਤਾਂ ਵੀ ਉਹ ਹਾਏ ਹਾਏ ਹਾਏ, ਹਾ ਹਾ ਦੇ ਮਤਲਬ ਆ ਹਾਏ ਹਾਏ, ਕਰਤ ਬਿਹਾਨੀ ਅਵਦੈ। ਅਵਦੈ ਦੇ ਅਰਥ ਆ ਉਮਰ, ਉਹਦੀ ਉਮਰ ਹਾਏ ਹਾਏ ਕਰਦੇ ਦੀ ਬੀਤੇਗੀ, ਤਾਂ ਮੈਂ ਸੰਤੋਖ ਨ ਪਾਇਆ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਪਰਮਿੰਦਰ ਸੋਢੀ ਦੀ ਲਿਖੀ ਹੋਈ ਆ, ਬਹੁਤ ਸੁੰਦਰ ਹੈ। ਨਾਮ ਆ ਉਹਦਾ ਰੱਬ ਦੇ ਡਾਕੀਏ। ਉਹ ਕਈ ਵਾਰੀ ਇੱਦਾਂ ਲੈਕਚਰ ਵੀ ਦਿੰਦੇ ਨੇ, ਜਾਪਾਨ ਦੇ ਵਿੱਚ ਉਹ ਰਹਿੰਦੇ ਨੇ। ਉਹਨਾਂ ਨੇ ਬੜੀਆਂ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਠੇਠ ਪੰਜਾਬੀ ਵਿੱਚ। ਉਹ ਕਹਿੰਦੇ ਨੇ, ਕਹਿੰਦੇ ਜਾਪਾਨ ਦੇ ਲੋਕ ਜਿਹੜੇ ਨੇ ਨਾ, ਇੰਨਾ ਕੁਝ ਉਹਨਾਂ ਦੇ ਕੋਲੇ ਆ, ਇਤਨਾ ਕੁਝ ਉਹਨਾਂ ਦੇ ਘਰ ਵਿੱਚ ਆ, ਜੇ ਤੁਸੀਂ ਉਹਨਾਂ ਨੂੰ ਕੋਈ ਤੋਹਫਾ ਵੀ ਦਿੰਦੇ ਹੋ ਉਹ ਕਦੇ ਖੁਸ਼ ਨਹੀਂ ਹੁੰਦੇ। ਜੇ ਤੁਸੀਂ ਉਹਨਾਂ ਨੂੰ ਕੋਈ ਤੋਹਫਾ ਵੀ ਦੇਵੋਗੇ ਨਾ, ਜਿਹੜੇ ਜਾਪਾਨ ਦੇ ਲੋਕ ਨੇ, ਜਿਵੇਂ ਆਪਣੇ ਪੰਜਾਬੀ ਨੇ, ਇੰਡੀਅਨ ਲੋਕ ਨੇ, ਖੁਸ਼ ਹੁੰਦੇ ਆ ਤੋਹਫਿਆਂ ਤੇ, ਜਨਮ ਦਿਨ ਤੇ। ਕਹਿੰਦੇ ਉਹ ਬਿਲਕੁਲ ਖੁਸ਼ ਨਹੀਂ ਹੁੰਦੇ। ਪਤਾ ਕਿਉਂ? ਉਹਨਾਂ ਕੋਲ ਹੈ ਹੀ ਇਤਨਾ ਕੁਝ, ਹੈ ਹੀ ਇਤਨਾ ਕੁਝ। ਉਹਨਾਂ ਨੂੰ ਅਸਲੀ ਚੀਜ਼ ਸਮਝ ਆਈ ਕਿ ਜੋ ਚੀਜ਼ ਸੁੱਖਾਂ ਦਾ ਆਪਾਂ ਕਹਿੰਦੇ ਆ ਚੀਜ਼ਾਂ ਨਾਲ ਮਿਲਦਾ, ਉਹ ਕੁਝ ਹੋਰ ਨਾਲ ਮਿਲਦਾ। ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ। ਉੱਥੋਂ ਦੇ ਜਿਹੜੇ ਲੋਕ ਨੇ, ਕੋਈ ਵੀ ਆ ਬਹੁਤ ਅਮੀਰ ਬੰਦਾ, ਉਹਦੇ ਕੋਲ ਸਭ ਕੁਝ ਹੋਵੇ ਨਾ, ਤਾਂ ਉਹਨੂੰ ਅਸਲੀ ਦੁੱਖ ਸਮਝ ਆਉਂਦਾ। ਗਰੀਬ ਬੰਦਾ, ਉਹਨੂੰ ਲੱਗਦਾ ਮੇਰੀ ਨੌਕਰੀ ਲੱਗ ਜਾਵੇ, ਮੇਰਾ ਘਰ ਬਣ ਜਾਵੇ, ਇਹਦੇ ਨਾਲ ਹੀ ਸਭ ਠੀਕ ਆ। ਉਹਦੀ ਪੀੜਾ ਏਡੀ ਵੱਡੀ ਨਹੀਂ। ਅਮੀਰ ਬੰਦੇ ਦੀ ਮਹਾਰਾਜ ਕਹਿੰਦੇ ਪੀੜਾ ਬਾਹਲੀ ਵੱਡੀ ਆ, ਉਹਨੂੰ ਦੁੱਖ ਬਾਹਲਾ ਵੱਡਾ। ਕਿਉਂਕਿ ਉਹ ਕਹਿੰਦਾ ਸਭ ਹੈ, ਸਭ ਹੈ, ਫਿਰ ਵੀ ਸੁਖੀ ਨਹੀਂ। ਇਹੀ ਪੰਕਤੀ ਆ ਉੱਥੇ, ਹਾਂ ਹਾਂ ਕਰਤ ਬਿਹਾਨੀ ਅਵਦੈ। ਮੇਰੇ ਕੋਲ ਮੋਤੀਆਂ ਦੀ ਮਾਲਾ ਵੀ ਆ, ਕਨਕ ਕਹਿੰਦੇ ਨੇ ਸੋਨੇ ਨੂੰ ਸੋਨਾ ਵੀ ਆ, ਲਾਲ, ਲਾਲ ਬੜਾ ਮਹਿੰਗਾ ਹੈ, ਲਾਲ ਵੀ ਆ। ਹੀਰਾ, ਹੀਰਾ ਕਿੰਨਾ ਮਹਿੰਗਾ, ਹੀਰਾ ਵੀ ਹੋਵੇ। ਮਨ ਰੰਜਨ ਕੀ ਮਾਇਆ, ਪੈਸੇ ਵੀ ਹੋਣ, ਪਰ ਹਾਂ ਹਾਂ ਕਰਤ, ਪਰ ਹਾਏ ਹਾਏ ਕਰਦੇ। ਬਿਹਾਨੀ ਕਹਿੰਦੇ ਨੇ ਬੀਤਣ ਨੂੰ, ਅਵਦੇ ਉਮਰ ਨੂੰ, ਉਮਰ ਬੀਤ ਰਹੀ ਆ, ਤਾਂ ਮੈਂ ਸੰਤੋਖ ਨ ਪਾਇਆ। ਇਤਨਾ ਕੁਝ ਆ, ਰੱਜ ਨਹੀਂ ਆਇਆ। ਉਹਦਾ ਇੱਕ ਕੁਐਸਚਨ ਮਾਰਕ ਬਣ ਗਿਆ ਵੀ ਕਿਉਂ ਨਹੀਂ ਆਇਆ। ਉਹਦਾ ਉੱਤਰ ਇਹ ਆ, ਕੋਈ ਜਾਣੇ ਕਵਣ ਇਹਾਂ ਜਗਮੀਤ। ਰੱਜਣ ਲਈ ਇਹਨਾਂ ਚੀਜ਼ਾਂ ਦੀ ਨਹੀਂ, ਰੱਜਣ ਲਈ ਸੰਤੋਖ ਦੀ ਲੋੜ ਪੈਂਦੀ ਆ। ਸੰਤੋਖ ਕਿਸੇ ਹੱਟੀ ਤੋਂ ਨਹੀਂ ਮਿਲਦਾ, ਸੰਤੋਖ ਸਾਧੂਆਂ ਦੀ ਸੰਗਤ ਵਿੱਚੋਂ ਮਿਲਦਾ, ਗੁਰੂ ਦੇ ਕੋਲ ਬਹਿ ਕੇ ਮਿਲਦਾ। ਅੱਗੇ ਬੜੀਆਂ ਸੋਹਣੀਆਂ ਪੰਕਤੀਆਂ ਨੇ। ਹਸਤ ਕਹਿੰਦੇ ਨੇ ਹਾਥੀ ਨੂੰ, ਰੱਥ ਅਸਬ ਪਵਨ ਤੇਜ। ਕਹਿੰਦੇ ਬੰਦੇ ਕੋਲ ਹਾਥੀ ਹੋਵੇ ਬਹੁਤ ਸੋਹਣਾ, ਰੱਥ ਹੋਵੇ ਅਸਬ ਪਵਨ ਤੇਜ, ਤੇ ਘੋੜੇ ਹੋਣ ਹਵਾ ਦੇ ਵਾਂਗ ਭੱਜਣ ਵਾਲੇ, ਬਹੁਤ ਸੋਹਣੇ। ਪਰ ਧਣੀ ਭੂਮਣ ਚਤਰਾਂਗਾ, ਜ਼ਮੀਨ ਬੜੀ ਸੋਹਣੀ ਹੋਵੇ ਉਪਜਾਊ। ਚਾਰ ਤਰ੍ਹਾਂ ਦੀ ਫੌਜ ਹੋਵੇ ਚਤਰਾਂਗਾ। ਚਤਰਾਂਗਾ ਦੇ ਅਰਥ ਨੇ ਚਾਰ ਤਰ੍ਹਾਂ ਦੀ ਫੌਜ, ਪਾਣੀ 'ਚ ਚੱਲਣ ਵਾਲੀ, ਜ਼ਮੀਨ 'ਤੇ ਚੱਲਣ ਵਾਲੀ, ਆਕਾਸ਼ ਵਿੱਚ ਉੱਡਣ ਵਾਲੀ, ਤੇ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਦੌੜਨ ਵਾਲੀ। ਚਾਰ ਤਰ੍ਹਾਂ ਦੀ, ਥਲ ਸੈਨਾ, ਜਲ ਸੈਨਾ,
ਆਕਾਸ਼ ਵਾਲੀ ਸੈਨਾ, ਘੋੜਿਆਂ ਵਾਲੀ ਸੈਨਾ, ਸਾਰੇ ਪ੍ਰਕਾਰ ਦੀ ਸੈਨਾ ਹੋਵੇ, ਪਰ ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਟ ਸਧਾਇਓ ਨਾਂਗਾ। ਇਹਨਾਂ ਚੋਂ ਇੱਕ ਵੀ ਚੀਜ਼ ਬੰਦੇ ਦੇ ਸੰਗ ਨਹੀਂ ਨਿਭ ਸਕਦੀ। ਭਾਵ ਕਿ ਜਿੱਥੇ ਨਾਮ ਦੀ ਇੱਟ ਲੱਗਣੀ ਆ, ਉੱਥੇ ਹੋਰ ਇੱਟ ਨਹੀਂ ਲੱਗ ਸਕਦੀ। ਜਿਹੜੀ ਚੀਜ਼ ਮਾਂ ਪਿਓ ਕਰ ਸਕਦੇ ਆ, ਇਹ ਮੈਂ ਉਦਾਹਰਨ ਦੇ ਰਿਹਾ, ਉਹ ਦੂਜਾ ਕਦੇ ਵੀ ਨਹੀਂ ਕਰ ਸਕਦਾ। ਜਿਹੜਾ ਕੰਮ ਤੁਹਾਡੇ ਮਿੱਤਰ ਕਰ ਸਕਦੇ ਨੇ, ਉਹ ਮਾਂ ਪਿਓ ਵੀ ਨਹੀਂ ਕਰ ਸਕਦੇ। ਜਿਹੜਾ ਕੰਮ ਪਤੀ ਕਰ ਸਕਦਾ ਤੁਹਾਡੇ ਲਈ, ਪਤਨੀ ਕਰ ਸਕਦੀ ਆ, ਉਹ ਦੂਜਾ ਨਹੀਂ ਕਰ ਸਕਦਾ। ਹਰ ਚੀਜ਼ ਦੀ ਇੱਕ ਵੱਖਰੀ ਕਦਰ ਹੁੰਦੀ ਆ, ਹਰ ਚੀਜ਼ ਵਿੱਚ ਇੱਕ ਵੱਖਰਾ ਗੁਣ ਹੁੰਦਾ, ਚਾਹੇ ਉਹ ਰਿਸ਼ਤਾ ਹੋਵੇ। ਇੱਦਾਂ ਇੱਕ ਨਾਮ ਐਸੀ ਚੀਜ਼ ਆ, ਜਿੱਥੇ ਕੋਈ ਨਹੀਂ ਸਹਾਈ, ਉੱਥੇ ਉਹ ਸਹਾਈ ਆ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਬੰਦਿਆ ਤੂੰ ਆਪਦੇ ਅਸਲ ਮਿੱਤਰ ਨੂੰ ਪਛਾਣ। ਪਛਾਣ ਕੌਣ ਆ ਤੇਰਾ ਅਸਲ ਮਿੱਤਰ? ਪਤੀ ਪਤਨੀ, ਦੋਸਤ ਮਿੱਤਰ, ਇਹ ਪਿਆਰੇ ਨੇ, ਪਰ ਇਹ ਅਸਲ ਸਾਥੀ ਨਹੀਂ ਹਨ। ਇਹਨਾਂ ਦੀ ਕਦਰ ਕਰ, ਇਹਨਾਂ ਨੂੰ ਸਮਝ, ਪਰ ਅਸਲ ਸਾਥੀ ਤੇਰਾ ਕੋਈ ਹੋਰ ਹੈ। ਨਾ ਦੇਖने की तरह हमने जिंदगी देखी, चिराग बुझने लगा कब रोशनी देखी। ਅਸੀਂ ਤਾਂ ਜ਼ਿੰਦਗੀ ਇਵੇਂ ਦੇਖ ਲਈ, ਦਿਨ ਇਵੇਂ ਕੱਟ ਲਏ, ਇਵੇਂ ਕੱਟੇ ਹੀ ਨਹੀਂ। ਅਸੀਂ ਤਾਂ ਇਉਂ ਜਿਉਏ ਜਿਵੇਂ ਜਿਉਏ ਹੀ ਨਹੀਂ, ਜਿਵੇਂ ਜ਼ਿੰਦਗੀ ਮਾਣੀ ਨਹੀਂ। ਕਹਿੰਦੇ ਮਰਨ ਤੋਂ ਪਹਿਲਾਂ ਜਿਉਂ ਲੈਣਾ ਚਾਹੀਦਾ ਹੈ। ਪਾਤਸ਼ਾਹ ਜੀ ਇਹ ਕਹਿ ਰਹੇ ਨੇ, ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਟ ਸਧਾਇਓ ਨਾਂਗਾ। ਮੈਂ ਮੌਲਾਨਾ ਰੂਮੀ ਜੀ ਨੂੰ ਪੜ੍ਹ ਰਿਹਾ ਸੀ, ਬੜਾ ਸੁੰਦਰ ਆ ਉਹਨਾਂ ਦਾ ਕਥਨ। ਕਹਿੰਦੇ ਇਦੋਂ ਪਹਿਲਾਂ ਮੌਤ ਆਵੇ, ਤੁਹਾਡਾ ਗਲਾ ਘੁੱਟੇ, ਤੁਸੀਂ ਜ਼ਿੰਦਗੀ ਨੂੰ ਜਿਉਂ ਲਵੋ। ਸਾਹਾਂ ਦੇ ਘੁੱਟ ਭਰੋ, ਆਨੰਦ ਦੇ ਵਿੱਚ ਜਿਉਵੋ। ਹਰ ਇੱਕ ਸਾਹ ਦੇ ਨਾਲ ਉਹ ਮਾਲਕ ਨੂੰ ਯਾਦ ਕਰੋ। ਉਹਦੀ ਦੇਖੋ ਕਿ ਉਹ ਕਿੱਡਾ ਵੱਡਾ ਚਿੱਤਰਕਾਰ ਹੈ। ਕੱਚ ਵਰਗੀਆਂ ਤੁਹਾਡੀਆਂ ਅੱਖਾਂ ਨੇ, ਤੁਹਾਡੇ ਕੋਲੇ ਸਮਰੱਥਾ ਹੈ ਦੇਖਣ ਦੀ। ਕੱਚ ਦੇ ਵਾਂਗ ਉਹਨੇ ਅੱਖਾਂ ਲਾਈਆਂ ਨੇ, ਮੋਤੀਆਂ ਵਰਗੀਆਂ। ਕਿੰਨੇ ਸੋਹਣੇ ਉਹਨੇ ਤੁਹਾਨੂੰ ਹੱਥ ਬਣਾ ਕੇ ਦਿੱਤੇ ਨੇ, ਘੜੇ ਨੇ। ਕਿੰਨਾ ਸੋਹਣਾ ਚਿੱਤਰਕਾਰ ਹੈ। ਮਿੱਟੀ ਇੱਕ ਆ, ਭਾਂਡੇ ਅਨੇਕ ਨੇ, ਹਰ ਭਾਂਡੇ ਦੇ ਫਿੰਗਰਪ੍ਰਿੰਟ ਇੱਕ ਦੂਜੇ ਨਾਲ ਨਹੀਂ ਮਿਲਦੇ। ਮਾਟੀ ਏਕ ਆ, ਮਿੱਟੀ ਇੱਕ ਆ। ਚਿੱਤਰਕਾਰ ਕਿੱਡਾ ਤਕੜਾ ਹੈ। ਚੀਜ਼ਾਂ ਬਾਹਲੀਆਂ ਬਣੀ ਜਾਂਦੀਆਂ ਨੇ। ਤਾਂ ਇਸ ਕਰਕੇ ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਟ ਸਧਾਇਓ ਨਾਂਗਾ। ਬੋਲਣ ਦੀ ਸ਼ਕਤੀ ਤੁਹਾਡੇ ਕੋਲੇ ਆ। ਇੰਨੇ ਸੋਹਣੇ ਕੰਨ ਸੁਣਨ ਨੂੰ, ਇਹ ਸਰਵਣੋ ਮੇਰੇ ਹੋ, ਇਹ ਨੇਤਰੋ ਮੇਰੇ ਹੋ। ਗੁਰੂ ਅਮਰਦਾਸ ਦੀ ਬਾਣੀ ਆ, ਰੋਜ਼ ਹੀ ਆਪਾਂ ਸੁਣਦੇ ਹਾਂ। ਇਹ ਸਰੀਰ ਆ ਮੇਰੇ ਆ, ਇਹ ਸਭ ਕੁਝ ਤੇਰੇ ਕੋਲੇ ਆ। ਤੂੰ ਦੇਖ ਤਾਂ ਸਹੀ, ਤਦ ਚਿੱਤਰ ਹੈ ਚਿਤ ਰਾਖ ਚ ਤੇਰਾ, ਚਿੱਤਰ ਬਚਿੱਤਰ ਰਹਿ ਅਵਚੇਰਾ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਦੁੱਖ ਬੜਾ ਹੁੰਦਾ। ਪੁੱਛਿਆ ਕਿਸੇ ਨੇ, ਉਹਨਾਂ ਦੀ ਗਾਥਾ ਹੈ, ਕਹਿੰਦੇ ਜੀ ਦੁੱਖ ਕਿਉਂ ਹੁੰਦਾ ਤੁਹਾਨੂੰ? ਤੁਸੀਂ ਤਾਂ ਭਗਤ ਹੋ। ਕਹਿੰਦੇ ਦੁੱਖ ਇਸ ਗੱਲ ਦਾ ਹੀ ਆ, ਦੁਨੀਆ ਤਸਵੀਰ ਵੇਖ ਕੇ ਤਸਵੀਰ ਨਾਲ ਜੁੜਦੀ ਆ, ਬਣਾਉਣ ਵਾਲੇ ਨਾਲ ਨਹੀਂ ਜੁੜਦੀ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਇੱਕ ਗਮ ਆ, ਮੈਨੂੰ ਇੱਕ ਗਮ ਆ। ਕਹਿੰਦੇ ਕਿਸ ਗੱਲ ਦਾ ਜੀ? ਪਤਾ ਕਿਸ ਗੱਲ ਦਾ? ਪਹਾੜਾਂ ਨੂੰ ਵੇਖਦੇ ਹੋ, ਪਹਾੜਾਂ ਨਾਲ ਜੁੜ ਜਾਂਦੇ ਹੋ, ਬਣਾਉਣ ਵਾਲੇ ਨੂੰ ਭੁੱਲ ਹੀ ਜਾਂਦੇ ਹੋ। ਫੁੱਲਾਂ ਨੂੰ ਵੇਖਦੇ ਹੋ, ਕਹਿੰਦੇ ਫੁੱਲ ਕਿੰਨੇ ਸੋਹਣੇ ਆ, ਖੜਾਉਣ ਵਾਲੇ ਨੂੰ ਭੁੱਲ ਹੀ ਜਾਂਦੇ ਹੋ। ਸੂਰਜ ਨੂੰ ਵੇਖਦੇ ਹੋ, ਕਹਿੰਦੇ ਟਿੱਕੀ ਸੂਰਜ ਦੀ ਅੱਜ ਕਿੰਨੀ ਸੋਹਣੀ ਆ, ਇੰਦਰ ਧਨੁਸ਼ ਬਣ ਗਿਆ ਮੀਂਹ ਪੈਣ ਤੋਂ ਬਾਅਦ। ਤਾਂ ਇਹ ਚੀਜ਼ਾਂ ਦੇਖਦੇ ਹੋ, ਇਹਨਾਂ ਨਾਲ ਜੁੜਦੇ ਹੋ, ਤੇ ਬਣਾਉਣ ਵਾਲਾ ਕਿੱਧਰ ਗਿਆ? ਗੁਰੂ ਮਹਾਰਾਜ ਕਹਿੰਦੇ ਨੇ ਦੇਖੋ ਤਸਵੀਰਾਂ ਰੱਜ ਰੱਜ ਦੇਖੋ, ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ। ਕਹਿੰਦੇ ਭਗਤ ਜੀ ਫਿਰ ਅੱਖਾਂ ਬੰਦ ਕਰ ਲਈਏ, ਨੀਵੀਂ ਪਾ ਲਈਏ, ਸੂਰਜ ਨਾ ਦੇਖੀਏ, ਦੁਨੀਆ ਨਾ ਦੇਖੀਏ? ਕਹਿੰਦੇ ਨਹੀਂ, ਅੱਖਾਂ ਦਿੱਤੀਆਂ ਬੰਦ ਕਰਨ ਨੂੰ ਨਹੀਂ ਦਿੱਤੀਆਂ। ਨੀਚੇ ਲੋਇਨ ਕਹਿੰਦੇ ਨੇ ਅੱਖਾਂ ਨੂੰ, ਨੀਵੀਆਂ ਅੱਖਾਂ ਕਿਉਂ ਕਰਨੀਆਂ ਭਾਈ? ਸਭ ਘਟ ਦੇਖੋ ਪੀਓ, ਸਾਰਿਆਂ ਚ ਉਹਨੂੰ ਦੇਖੋ, ਰੱਬ ਨੂੰ ਦੇਖੋ।
ਪਹਾੜਾਂ ਨੂੰ ਦੇਖੋ, ਕਹੋ ਉਹਨੇ ਕਿੰਨੇ ਸੋਹਣੇ ਬਣਾਏ ਨੇ। ਇਹ ਨਾ ਕਹੋ ਪਹਾੜ ਕਿੰਨੇ ਸੋਹਣੇ ਆ, ਇਹ ਕਹੋ ਮਾਲਕ ਨੇ ਕਿੰਨੇ ਸੋਹਣੇ ਘੜੇ ਨੇ। ਫੁੱਲ ਦੇਖੋ, ਕਹਿੰਦੇ ਹੋ ਫੁੱਲ ਬੜੇ ਸੋਹਣੇ ਆ, ਕਹੋ ਤੂੰ ਕਿੰਨੇ ਸੋਹਣੇ ਖੜਾਏ ਨੇ। ਤੇ ਉਹ ਚੰਦਰਮਾ ਤੇਰੇ ਕਹਿਆਂ ਤੋਂ ਚੜ ਜਾਂਦਾ, ਸੂਰਜ ਤੂੰ ਕਹੇ ਤਾਂ ਛਿਪ ਜਾਂਦਾ ਤੇਰੇ ਕਹਿਣੇ 'ਚ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਿੰਨਾ ਸੋਹਣਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ, ਲੋਕ ਚਿੱਤਰਕਾਰ ਨਾਲ ਨਹੀਂ ਜੁੜ ਰਹੇ, ਚਿੱਤਰ ਤਸਵੀਰਾਂ ਨਾਲ ਜੁੜ ਰਹੇ ਆ, ਪੇਂਟਿੰਗ ਦੇ ਨਾਲ ਜੁੜ ਰਹੇ ਆ। ਜਿਹਨੇ ਬਣਾਈ ਆ ਉਹਨੂੰ ਭੁਲਾ ਹੀ ਦਿੱਤਾ। ਚਿੱਤਰ ਵਿਚਿੱਤਰ ਰਹਿ ਅਵਚੇਰਾ, ਤਜ ਚਿਤਰੈ ਚਿਤ ਰਾਖ ਚ ਤੇਰਾ। ਤੂੰ ਚਿੱਤ ਦੇ ਵਿੱਚ ਚਿੱਤਰਕਾਰ ਨੂੰ ਯਾਦ ਰੱਖ। ਤੂੰ ਤਸਵੀਰਾਂ ਨਾਲ ਹੀ ਜੁੜੀ ਜਾਣਾ, ਤੂੰ ਮੂਰਤੀਆਂ ਨਾਲ ਜੁੜੀ ਜਾਣਾ, ਕਰਤੇ ਨੂੰ ਭੁੱਲੀ ਜਾਣਾ। ਹੇ ਬੰਦਿਆ, ਹਸਤ ਰਥ ਅਸਬ ਪਵਨ ਤੇਜ ਧਣੀ ਭੂਮਣ ਚਤਰੰਗਾ। ਤੇਰੇ ਕੋਲੇ ਮੋਤੀਆਂ ਦੀ ਮਾਲਾ ਵੀ ਹੋਵੇ, ਤੇਰੇ ਕੋਲੇ ਲਾਲ ਵੀ ਹੋਵੇ, ਹੀਰਾ ਵੀ ਹੋਵੇ, ਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਵੀ ਆ। ਪਰ ਹਾਂ ਹਾਂ ਕਰਤ ਬਿਹਾਨੀ ਅਵਦੈ, ਤੇਰੀ ਜ਼ਿੰਦਗੀ ਤਾਂ ਹਾਏ ਹਾਏ ਕਰਦੇ ਦੀ ਬੀਤਣੀ ਆ। ਤਾਂ ਮੈਂ ਸੰਤੋਖ ਨਾ ਪਾਇਆ, ਸੰਤੋਖ ਤੈਨੂੰ ਆਉਣਾ ਨਹੀਂ। ਕਾਰਨ ਪੁੱਛਦੇ ਆ ਕਿਉਂ? ਉਹਦਾ ਕਾਰਨ ਇਹ ਆ ਸੰਗਤ। ਤੂੰ ਸੰਗਤ ਨਹੀਂ ਕਰਦਾ। ਕਾਰਨ ਇਹ ਆ ਤੂੰ ਤਸਵੀਰਾਂ ਨਾਲ ਜੁੜਦਾ, ਤੂੰ ਬਣਾਉਣ ਵਾਲੇ ਨਾਲ ਨਹੀਂ ਜੁੜਦਾ। ਤੂੰ ਮੂਰਤਾਂ ਨਾਲ ਜੁੜਦਾ, ਮੂਰਤੀਕਾਰ ਨਾਲ ਨਹੀਂ ਜੁੜਦਾ। ਤੂੰ ਸਾਜ਼ਾਂ ਨਾਲ ਜੁੜਦਾ, ਸਾਜ਼ ਬਣਾਉਣ ਵਾਲੇ ਨਾਲ ਨਹੀਂ ਜੁੜਦਾ। ਇਸ ਕਰਕੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਹੁਤ ਸੁੰਦਰ ਹੁਕਮਨਾਮਾ ਹੈ। ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਟ ਸਧਾਇਓ ਨਾਂਗਾ। ਬੰਦੇ ਕੋਲੇ ਹਾਥੀ ਹੋਣ, ਘੋੜੇ ਹੋਣ, ਉਹ ਪੁਰਾਣਾ ਜ਼ਮਾਨਾ, ਉਹਦੇ ਹਿਸਾਬ ਨਾਲ ਉਦਾਹਰਨਾਂ ਨੇ। ਉਦੋਂ ਇਹੀ ਚੀਜ਼ਾਂ ਸਨ। ਹਾਥੀ ਜਿਹਦੇ ਕੋਲੇ ਹੋਣਾ, ਕਹਿਣਾ ਇਹ ਬਹੁਤ ਅਮੀਰ ਆ। ਰਥ ਜਿਹਦੇ ਕੋਲੇ ਹੋਣਾ, ਕਹਿਣਾ ਇਹ ਰਾਜਾ ਹੈ। ਪਵਨ ਤੇਜ ਧਣੀ, ਹਵਾ ਦੇ ਵਾਂਗ ਤੇਜ ਚੱਲਣ ਵਾਲੇ ਘੋੜੇ, ਭੂਮਣ ਚਤਰੰਗਾ, ਚਾਰ ਤਰ੍ਹਾਂ ਦੀ ਫੌਜ। ਪਰ ਫਾਇਦਾ ਕੀ? ਤੇਰੀ ਜ਼ਿੰਦਗੀ ਤਾਂ ਹਾਏ ਹਾਏ ਕਰਦਿਆਂ ਦੀ ਬੀਤ ਰਹੀ ਆ। ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਟ ਸਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ। ਹਰੀ ਦੇ ਸੰਤ, ਗੁਰਮੁਖ, ਰੱਬ ਦੇ ਪਿਆਰੇ। ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹ ਪ੍ਰੀਤਮ ਨੂੰ ਵੀ ਪਿਆਰੇ ਹੁੰਦੇ ਨੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਗੁਰੂ ਨੂੰ ਚੰਗਾ ਲੱਗੇਗਾ ਉਹਦਾ ਸੁਭਾਅ ਸਾਰਿਆਂ ਨੂੰ ਚੰਗਾ ਲੱਗੇਗਾ। ਹੋਰ ਕੇਤੀ ਚੱਖ ਚੱਖ ਆਵੇ ਜਾਵੇ। ਹੋਰ ਬਹੁਤ ਲੋਕ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਨੇ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਸੰਗਤ ਕਰਕੇ ਤਾਂ ਕਹਿ ਹਰ ਹਰ ਗਾਈਐ। ਉਹਨਾਂ ਕੋਲ ਬਹਿ ਕੇ ਹਰੀ ਦੇ ਗੁਣ ਗਾਓ। ਨਾਨਕ ਈਹਾਂ ਸੁਖ। ਫਿਰ ਕੀ ਹੋਵੇਗਾ? ਇੱਥੇ ਤੁਹਾਨੂੰ, ਇੱਥੇ ਜਿਉਂਦਿਆਂ ਨੂੰ ਆਨੰਦ ਆਵੇਗਾ। ਆਗੇ ਮੁਖ ਉਜਲ, ਅੱਗੇ ਵੀ ਮੁਖ ਉਜਲਾ ਹੋਵੇਗਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਛੁੱਟੀ ਕਿੱਥੋਂ ਹੋਵੇਗੀ? ਜਨਮ ਤੇ ਮਰਨ ਵੱਲੋਂ ਛੁੱਟੀ ਹੋ ਜਾਏਗੀ। ਸਦਾ ਵਾਸਤੇ ਹੌਲੀਡੇ ਮਿਲ ਜਾਣਗੀਆਂ। ਫਿਰ ਨਹੀਂ ਆਉਣਾ ਪਵੇਗਾ। ਸਕੂਲ 'ਚ ਜਿਵੇਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ, ਫਿਰ ਬੁਲਾ ਲੈਂਦੇ ਆ, ਫਿਰ ਅਗਲੇ ਸਾਲ ਫਿਰ ਬੁਲਾ ਲੈਂਦੇ ਆ। ਗਰਮੀਆਂ ਦੀਆਂ ਹੁੰਦੀਆਂ ਨੇ, ਸਰਦੀਆਂ ਦੀਆਂ ਹੁੰਦੀਆਂ ਨੇ। ਉਹ ਇਹ ਛੁੱਟੀ ਨਹੀਂ, ਇਹ ਸਦਾ ਵਾਲੀ ਛੁੱਟੀ ਆ। ਫਿਰ ਨਹੀਂ ਆਉਣਾ ਪਵੇਗਾ। ਕਦੋਂ? ਜਦੋਂ ਸੰਗ ਸੰਤਨ ਕਹਿ ਪਾਈਏ। ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਹੋ ਜਾਏਗੀ, ਉਹਨਾਂ ਦੀ ਅਸਲ ਦੁੱਖ ਤੋਂ ਬੰਦਾ ਬਚ ਜਾਵੇਗਾ। ਕੋਈ ਜਾਣੈ ਕਵਣ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਂ ਕਿ ਨਿਰਮਲ ਰੀਤ। ਕੋਈ ਜਾਣਦਾ, ਕੋਈ ਸਮਝਦਾ ਮੇਰਾ ਅਸਲ ਮਿੱਤਰ ਕੌਣ ਹੈ। ਜਿਹੜਾ ਸਮਝ ਲੈਂਦਾ ਤਾਂ ਕਿ ਨਿਰਮਲ ਰੀਤ, ਉਹਦੀ ਨਿਰਮਲ ਰੀਤੀ ਹੋ ਜਾਂਦੀ ਆ, ਉਹ ਉਜਲਾ ਹੋ ਜਾਂਦਾ। ਤਾਂ ਇਸ ਕਰਕੇ ਗੁਰਮੁਖੋ,
ਸਤਸੰਗੀ ਜਨੋ, ਗੁਰੂ ਮਹਾਰਾਜ ਕਹਿੰਦੇ ਮਾਤ ਪਿਤਾ ਬਨਤਾ, ਮਾਤਾ ਪਿਤਾ ਬਨਤਾ ਇਸਤਰੀ ਨੂੰ ਕਹਿੰਦੇ ਨੇ, ਸੁਤ ਪੁੱਤਰ ਬੰਧਪ ਰਿਸ਼ਤੇਦਾਰ ਨੂੰ ਕਹਿੰਦੇ ਨੇ, ਇਸ਼ਟ ਮੀਤ ਪਿਆਰੇ ਮਿੱਤਰ ਅਰ ਭਾਈ ਤੇ ਭਰਾ। ਇਹ ਸਭ ਦੀ ਕਦਰ ਕਰ, ਇਹਨਾਂ ਰਿਸ਼ਤਿਆਂ ਦੀ ਕਦਰ ਕਰ। ਪਰ ਪੂਰਵ ਜਨਮ ਕੇ ਮਿਲੇ ਸੰਜੋਗੀ, ਇਹ ਤੈਨੂੰ ਪਿਛਲੇ ਜਨਮਾਂ ਕਰਕੇ ਹੀ ਮਿਲੇ ਨੇ। ਕਿਸੇ ਦਾ ਤੂੰ ਕੁਝ ਲੈਣਾ, ਕਿਸੇ ਦਾ ਤੂੰ ਦੇਣਾ, ਉਹ ਪੂਰਾ ਕਰਨ ਲਈ ਮਿਲ ਗਏ ਨੇ। ਸੰਜੋਗ ਜਿਹਾ ਹੋ ਗਿਆ, ਪਰ ਯਾਦ ਰੱਖੀ ਅੰਤੇ ਕੋ ਨਾ ਸਹਾਈ। ਜਿੱਥੇ ਨਾਮ ਨੇ ਖੜਨਾ ਉੱਥੇ ਚੀਜ਼ਾਂ ਨਹੀਂ ਖੜ ਸਕਦੀਆਂ। ਇਹਨਾਂ ਦੀ ਕਦਰ ਕਰ, ਇਹਨਾਂ ਨੇ ਤੈਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਤੇਰੇ ਦੁੱਖ ਸੁੱਖ ਦੇ ਸੰਗੀ ਵੀ ਬਣੇ। ਪਰ ਜਿੱਥੇ ਨਾਮ ਨੇ ਖੜਨਾ ਉੱਥੇ ਨਹੀਂ ਖੜ ਸਕਦੇ। ਪੂਰਵ ਜਨਮ ਕੇ ਮਿਲੇ ਸੰਜੋਗੀ ਨੇ, ਪਰ ਅੰਤੇ ਕੋ ਨਾ ਸਹਾਈ। ਪਰ ਅੰਤਲੇ ਸਮੇਂ ਉਹ ਵਾਹਿਗੁਰੂ ਨੇ ਹੀ ਕੰਮ ਆਉਣਾ। ਇਸ ਕਰਕੇ ਤੂੰ ਉਹਨਾਂ ਦੀ ਕਦਰ ਕਰ। ਕੋਈ ਜਾਣੈ ਕਵਣੀ ਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਂ ਕਿ ਨਿਰਮਲ ਰੀਤ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਹਰੀ ਦੇ ਸੰਤ ਪਿਆਰੇ ਹੁੰਦੇ ਨੇ ਪ੍ਰੀਤਮ ਦੇ, ਉਹਨਾਂ ਦੇ ਸੰਗ ਹੋ ਕੇ ਤਾਂ ਕਹਿ ਹਰ ਹਰ ਗਾਈਐ। ਹਰੀ ਨੂੰ ਗਾਓ ਨਾਨਕ ਈਹਾਂ ਸੁਖ, ਇੱਥੇ ਸੁਖ ਹੋਵੇਗਾ। ਆਗੇ ਮੁਖ ਉਜਲ, ਅੱਗੇ ਵੀ ਤੇਰਾ ਮੁਖ ਉਜਲਾ ਹੋਵੇਗਾ। ਸੰਗ ਸੰਤਨ ਕਹਿ ਪਾਈਐ। ਕਬੀਰ ਸਾਹਿਬ ਜੀ ਦੀ ਇੱਕ ਗਾਥਾ ਹੈ ਬੜੀ ਸੁੰਦਰ। ਕਹਿੰਦੇ ਨੇ ਪਰਮਾਤਮਾ ਨੂੰ ਕਿਵੇਂ ਯਾਦ ਰੱਖੀਏ ਜੀ? ਕਹਿੰਦੇ ਫਿਰ ਮੌਤ ਨੂੰ ਸਦਾ ਯਾਦ ਰੱਖ। ਮੌਤ ਬਣਾਈ ਕਿਹਨੇ ਆ? ਕਾਲ ਕਿਹਨੇ ਬਣਾਇਆ? ਅਕਾਲ ਨੇ। ਕਾਲ ਕਿਹਨੇ ਬਣਾਇਆ? ਅਕਾਲ ਨੇ। ਅਕਾਲ ਪੁਰਖ ਨੇ, ਰੱਬ ਨੇ। ਤਾਂ ਤੂੰ ਫਿਰ ਮੌਤ ਨੂੰ ਸਦਾ ਯਾਦ ਰੱਖ, ਆਪਣੇ ਅੰਤ ਨੂੰ ਸਦਾ ਯਾਦ ਰੱਖ। ਆਪਣੇ ਅੰਤ ਦਾ ਚਿੰਤਨ ਹੀ ਬੇਅੰਤ ਦਾ ਚਿੰਤਨ ਬਣਦਾ। ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਦੇਖਦਾ ਹਾੜ ਜਰੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਪੂਲਾ। ਹੱਡਾਂ ਨੂੰ ਮੱਚਦਿਆਂ ਨੂੰ ਦੇਖਦਾ ਘਾਹ ਦੇ ਵਾਂਗ, ਸੁੱਕੀਆਂ ਲੱਕੜਾਂ ਦੇ ਵਾਂਗ। ਉਦੋਂ ਕੀ ਹੁੰਦਾ? ਉਦੋਂ ਮਨ ਕਹਿੰਦਾ ਕਹਿਤ ਕਬੀਰ ਸੁਣੋ ਮਨ ਮੇਰੇ। ਹੇ ਕਬੀਰ ਤੂੰ ਸੁਣ, ਇਹੀ ਹਵਾਲ ਹੋਏਗੇ ਤੇਰੇ, ਇਹੀ ਹਾਲ ਤੇਰਾ ਹੋਵੇਗਾ ਅੱਜ ਨਹੀਂ ਤਾਂ ਕੱਲ। ਬੇਸੁੱਧ ਲੱਕੜੀ ਦੇ ਵਾਂਗ ਕਬੀਰ ਤੂੰ ਵੀ ਪਿਆ ਹੋਵੇਂਗਾ। ਜੋ ਸਾਹਮਣੇ ਹਾਲ ਆ, ਤੂੰ ਅੱਜ ਕਿਸੇ ਨੂੰ ਜਲਾ ਰਿਹਾ, ਇੱਕ ਦਿਨ ਤੈਨੂੰ ਜਲਾ ਦੇਣਗੇ ਮਿਲ ਕੇ। ਇਸ ਕਰਕੇ ਹੀ ਗੁਰਮੁਖ ਪਿਆਰਿਓ, ਚਿੱਤਰਕਾਰ ਦੇ ਨਾਲ ਜੁੜੋ। ਚਿੱਤਰ ਬਚਿੱਤਰ ਰਹਿ ਅਵਚੇਰਾ, ਤਜ ਚਿਤਰੈ ਚਿਤ ਰਾਖ ਚ ਤੇਰਾ। ਮੂਰਤੀਆਂ ਨੂੰ ਦੇਖੋ ਪਰ ਜੁੜੋ ਬਣਾਉਣ ਵਾਲੇ ਨਾਲ। ਤਸਵੀਰਾਂ ਨੂੰ ਦੇਖੋ, ਜੁੜੋ ਬਣਾਉਣ ਵਾਲੇ ਨਾਲ। ਸਭ ਦੇਖੋ ਪਰ ਮਹਾਰਾਜ ਕਹਿੰਦੇ ਨੀਚੇ ਲੋਇਨ ਕਿਉਂ ਕਰੋ, ਸਭ ਕਟ ਦੇਖੋ ਪੀਓ। ਅੱਖਾਂ ਬੰਦ ਕਰ ਲਈਏ? ਕਹਿੰਦੇ ਨਹੀਂ। ਕਿਉਂ ਅੱਖਾਂ ਬੰਦ ਕਰਨੀਆਂ? ਰੱਬ ਨੇ ਦਿੱਤੀਆਂ ਨੇ, ਆਨੰਦ ਲਵੋ, ਕੁਦਰਤ ਦਾ ਆਨੰਦ ਲਵੋ, ਪਰ ਯਾਦ ਉਹਨੂੰ ਰੱਖੋ। ਸੂਰਜ ਵੱਲ ਦੇਖ ਕੇ ਇਉਂ ਕਹੋ ਉਹਨੇ ਕਿੰਨਾ ਸੋਹਣਾ ਬਣਾਇਆ, ਚੰਦਰਮਾ ਹੈ ਕਿੰਨਾ ਸੋਹਣਾ ਬਣਾਇਆ। ਇਸ ਕਰਕੇ ਚੀਜ਼ਾਂ ਤੁਹਾਨੂੰ ਗੁਰੂ ਨਾਲ ਜੋੜ ਦਿੰਦੀਆਂ ਨੇ। ਕਈ ਵਾਰੀ ਬੰਦਾ ਇਹਨਾਂ 'ਚ ਵੀ ਨੁਕਸ ਲੱਭਣ ਲੱਗ ਜਾਂਦਾ। ਕੁਦਰਤ ਦੇ ਵਿੱਚ ਵੀ ਕਾਰਨ ਉਹਦੇ ਵਿੱਚ ਆਪਣੇ 'ਚ ਨੁਕਸ ਹੁੰਦੇ ਨੇ। ਬੁੱਧ ਜੀ ਕੋਲੇ ਇੱਕ ਵਾਰ ਕੋਈ ਆ ਗਿਆ ਸੀ ਚੱਲ ਕੇ, ਕਹਿਣ ਲੱਗਾ ਮਹਾਤਮਾ ਹੋ ਤੁਸੀਂ, ਚੰਦਰਮਾ 'ਚ ਦਾਗ ਕਿਉਂ ਹੁੰਦਾ, ਦੀਵੇ ਥੱਲੇ ਹਨੇਰਾ ਕਿਉਂ ਹੁੰਦਾ? ਪੁੱਛ ਲਿਆ ਸੀ। ਵੈਸੇ ਹੀ ਬੰਦਾ ਬਹੁਤ ਕੁਝ ਕਹਿ ਜਾਂਦਾ ਅਗਿਆਨਤਾ ਦੇ ਵਸ ਹੋ ਕੇ। ਮਹਾਤਮਾ ਬੁੱਧ ਨੇ ਆਖਿਆ ਸੀ ਦੇਖ ਪਿਆਰੇ, ਚੰਦਰਮਾ ਕਿੰਨਾ ਸੋਹਣਾ ਹੁੰਦਾ, ਠੰਡ ਵੀ ਵਰਤਾਉਂਦਾ, ਪ੍ਰਕਾਸ਼ ਬੜਾ ਠੰਡਾ ਹੁੰਦਾ, ਤੇ ਪਰ ਤੈਨੂੰ ਦਾਗ ਹੀ ਦਿਖਿਆ। ਤੈਨੂੰ ਸਭ ਕੁਝ ਛੱਡ ਕੇ ਦਾਗ ਹੀ ਦਿਖਿਆ ਉਹਦਾ। ਦੀਵਾ ਪ੍ਰਕਾਸ਼ ਕਰਦਾ, ਉਹਦੇ ਚਾਨਣੇ ਪੜ੍ਹ ਸਕਦੇ ਹਾਂ, ਕੋਈ ਗਵਾਚੀ ਚੀਜ਼ ਲੱਭ ਸਕਦੇ ਹਾਂ। ਤੈਨੂੰ ਦੀਵੇ ਵਿੱਚ ਹੋਰ ਕੁਝ ਨਹੀਂ ਦਿਖਿਆ, ਤੈਨੂੰ ਥੱਲੇ ਹਨੇਰਾ ਹੀ ਦਿਖਿਆ। ਤਾਂ ਜਿਹੋ ਜਿਹੇ ਅਸੀਂ ਆਪ ਹਾਂ ਉਹ ਜਿਹੀਆਂ ਚੀਜ਼ਾਂ ਨੂੰ ਲੱਭਣ ਲੱਗ ਜਾਂਦੇ ਹਾਂ। ਜੇ ਸਾਡੇ 'ਚ ਦਾਗ ਨੇ, ਦੂਜਿਆਂ ਨੂੰ ਵੀ ਅਸੀਂ ਪੁਣਨ ਲੱਗ ਜਾਂਦੇ ਹਾਂ, ਦਾਗ ਲੱਭਣ ਲੱਗ ਜਾਂਦੇ ਹਾਂ। ਮਹਾਰਾਜ ਕਹਿੰਦੇ ਬਿਲਕੁਲ ਵੀ ਇਹ ਗੱਲਾਂ ਨਾ ਕਰਿਓ।
ਦੇਖੋ ਆਪਣੇ ਮਨ ਨੂੰ, ਦੇਖੋ ਆਪਦੀਆਂ ਆਦਤਾਂ ਨੂੰ ਦੇਖੋ। ਇਹ ਮਨ ਆਰ ਸੀ ਕੋਈ ਗੁਰਮੁਖ ਦੇਖੈ। ਪਰ ਕੋਈ ਗੁਰਮੁਖ ਆ ਜਿਹੜਾ ਆਪਣੇ ਆਪ ਨੂੰ ਦੇਖਦਾ। ਬਹੁਤੀ ਦੁਨੀਆ ਦੂਜਿਆਂ ਨੂੰ ਦੇਖ ਕੇ ਤੇ ਉਹ ਚਲੇ ਜਾਂਦੇ ਨੇ। ਗੁਰਮੁਖ ਆਪਣੇ ਆਪ ਨੂੰ ਦੇਖਦਾ। ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਦੇ ਆਪ ਨੂੰ ਦੇਖ ਕੇ ਪਤਾ ਲੱਗਦਾ ਮੈਂ ਤਾਂ ਸਭ ਤੋਂ ਮਾੜਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮੈਂ ਤਾਂ ਸਾਰਿਆਂ ਤੋਂ ਮਾੜਾ ਹਾਂ, ਮੈਂ ਤਾਂ ਸਾਰਿਆਂ ਤੋਂ ਬੁਰਾ। ਉਹਨੂੰ ਪਤਾ ਲੱਗਦਾ ਜਿਹੜਾ ਦੇਖੇਗਾ ਆਪਣੇ ਆਪ ਨੂੰ, ਜਿਹੜਾ ਹਜੇ ਦੂਜਿਆਂ ਵੱਲ ਹੀ ਹਜੇ ਔਗਣੀ ਲੱਭੀ ਜਾਂਦਾ, ਕਮੀਆਂ ਹੀ ਲੱਭੀ ਜਾਂਦਾ। ਉਹਨੂੰ ਕੀ ਦਿਖਣਾ ਗੁਰਸਿੱਖੋ ਕਿ ਮੈਂ ਮਾੜਾ ਹਾਂ। ਜਿਸ ਦਿਨ ਤੁਹਾਨੂੰ ਪਤਾ ਲੱਗ ਗਿਆ ਮੈਂ ਬੁਰਾ ਹਾਂ, ਉਸ ਦਿਨ ਤੁਹਾਨੂੰ ਗੁਰੂ ਨੇ ਚੰਗਾ ਕਰ ਦੇਣਾ। ਜਿਸ ਦਿਨ ਤੁਸੀਂ ਕਹੋਗੇ ਉਹ ਬੰਦਾ ਮਾੜਾ, ਉਹ ਬੰਦਾ ਇੱਦਾਂ, ਉਹ ਚੀਜ਼ ਬੋਲ ਦੇ ਵਾਂਗ ਆ ਰਬੜ ਦੀ, ਉਹ ਮੁੜ ਕੇ ਤੁਹਾਡੇ ਹੀ ਕੋਲ ਆਉਣੀ ਆ ਤੇ ਤੁਸੀਂ ਮਾੜੇ ਬਣ ਜਾਓਗੇ। ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ। ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਕੌਣ ਆ ਇਸ ਦੁਨੀਆ 'ਚ ਸੱਚਾ ਸਾਥੀ। ਵਾਹਿਗੁਰੂ ਹੈ ਸੱਚਾ ਸਾਥੀ, ਉਹਦੇ ਬਿਨਾਂ ਕੋਈ ਨਹੀਂ, ਉਹਦੇ ਬਿਨਾਂ ਕੋਈ ਸੰਗੀ ਨਹੀਂ। ਆਓ ਫਿਰ ਸੱਚੇ ਮਿੱਤਰ ਦਾ ਸੰਗ ਕਰੀਏ, ਉਹਦੀ ਸੰਗਤ ਕਰੀਏ, ਰਸਨਾ ਤੋਂ ਕਹਿ ਲਈਏ ਵਾਹਿਗੁਰੂ ਤੇ ਉਹਦੇ ਨਾਲ ਜੁੜੀਏ ਜੀ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪਹਿ ਅਰਦਾਸ।